अस्सलामुअलैकुम दोस्तों की हाल चाल है या ਅੱਜ ਤੂੰ ਦੱਸ ਕੀ ਆਪਾਂ ਦੇਖਣ ਲੱਗੇ ਆ। ਅੱਜ ਜਿਹੜੀ ਆਪਾਂ ਵੀਡੀਓ ਦੇਖਣ ਲੱਗੇ ਨਾ ਉਹ ਸੰਤ ਸਿੰਘ ਮਸਕੀਨ ਜੀ ਦੀ ਇੱਕ ਨਾ ਕਥਾ ਹੈ ਜਾਂ ਵੀਡੀਓ ਹੈ ਜਿਸ ਦੇ ਵਿੱਚ ਜਿਸ ਦਾ ਟਾਈਟਲ ਇਹ ਵੇ ਕਿ ਰੱਬ ਰੰਗ ਰੂਪ ਨਹੀਂ ਦੇਖਦਾ। ਹਾਂ ਬਿਲਕੁਲ ਸੱਚੀ ਗੱਲ ਹੈ, ਰੱਬ ਰੰਗ ਰੂਪ ਨਹੀਂ ਦੇਖਦਾ। ਬਾਕੀ ਆਪਾਂ ਮਜ਼ੀਦ ਵੇਖਦੇ ਆ ਕਿ ਉਹ ਵੀਡੀਓ 'ਚ ਕੀ ਕਹਿੰਦੇ ਨੇ, ਕਿਉਂਕਿ ਆਪਾਂ ਵੀਡੀਓ ਦੇ ਪਹਿਲੇ ਰੱਬ ਕੀ ਦੇਖਦਾ ਵੀਡੀਓ ਦੇਖਦੇ ਆ ਕਿ ਰੱਬ ਨੂੰ ਕਿਹੜੀ ਚੀਜ਼ ਪਸੰਦ ਹੈ। ਹੁਣ ਵੀਡੀਓ ਦਾ ਆਗਾਜ਼ ਕਰਨੇ ਆ ਦੋਸਤੋ, ਐਂਡ ਤੇ ਛੋਟਾ ਜਿਹਾ ਰਿਵਿਊ ਕਰਾਂਗੇ। ਉਸ ਦੀ ਸਭਾ ਵਿੱਚ ਕੇਵਲ ਕਰਮਾਂ ਦੇ ਵਿਚਾਰ ਹੈ, ਬਾਕੀ ਕੁਝ ਵੀ ਨਹੀਂ। ਉਹ ਨਹੀਂ ਦੇਖਦਾ ਇਸ ਦਾ ਰੰਗ ਕੀ, ਇਸ ਦਾ ਰੂਪ ਕੀ, ਇਹਦੀ ਨਸਲ ਕੀ, ਇਹਦੀ ਭਾਸ਼ਾ ਕੀ, ਇਸ ਦਾ ਮਜ਼ਹਬ ਕੀ, ਇਹਦਾ ਮੁਲਕ ਕੀ, ਇਹਦੀ ਕੌਮ ਕੀ ਹੈ, ਇਹ ਨਹੀਂ ਦੇਖਦਾ। ਪਰਮਾਤਮਾ ਇਹਨਾਂ ਨੂੰ ਨਹੀਂ ਦੇਖਦਾ। ਪਰਮਾਤਮਾ ਕੇਵਲ ਕਰਮ ਦੇਖਦਾ ਹੈ। ਕਰਮੇ ਕਰਮੇ ਹੋਏ ਵਿਚਾਰ। ਮਹਾਤਮਾ ਬੁੱਧ ਨੇ ਕਿਧਰੇ ਇੱਕ ਐਲਾਨੀਆਂ ਦੋ ਬਚਨ ਕਹਿ ਦਿੱਤੇ ਸਨ, ਭਗਵਾਨ ਦੀ ਫਿਕਰ ਨਾ ਕਰੋ, ਕਰਮ ਦੀ ਫਿਕਰ ਕਰੋ। ਔਰ ਉਹਨਾਂ ਦੇ ਮੂੰਹੋਂ ਕਿਧਰੇ ਇਹ ਬੋਲ ਵੀ ਨਿਕਲ ਗਿਆ, ਕਰਮ ਹੀ ਭਗਵਾਨ ਹੈ। ਇਸ ਦੇਸ਼ ਦੇ ਕਰਮਕਾਂਡੀ ਲੋਕਾਂ ਨੇ ਮਹਾਤਮਾ ਬੁੱਧ ਨੂੰ ਨਾਸਤਿਕ ਕਹਿ ਦਿੱਤਾ। ਨਾਸਤਿਕ ਇਹ ਵੀ ਮੈਂ ਅਰਜ਼ ਕਰਦੇ ਹਾਂ, ਮਤਲਬ ਕਿ ਕਰਮ ਕਰਨੇ ਵੀ ਪੈਂਦੇ ਨੇ, ਕਰਮ ਛੋੜਨੇ ਵੀ ਪੈਂਦੇ ਨੇ। ਇਸੇ ਨੂੰ ਗੁਰੂ ਅਰਜਨ ਦੇਵ ਜੀ ਨੇ ਕਿਹਾ, ਕਰਮ ਕਰਤ ਹੋਵੇ ਨਹਿ ਕਰਮ, ਤਿਸ ਬੈਸਨੋਂ ਕਾ ਨਿਰਮਲ ਧਰਮ। ਅਗਰ ਕਰਮ ਛੋੜਨੇ ਨਹੀਂ ਪਏ ਤਾਂ ਸਮਝਣਾ ਇਹ ਮੰਜ਼ਿਲ ਤੇ ਨਹੀਂ ਪਹੁੰਚਿਆ। ਅਗਰ ਇਹ ਗੱਡੀ ਤੋਂ ਉਤਰਦਾ ਹੀ ਨਹੀਂ ਪਿਆ ਤਾਂ ਅਜੇ ਗੱਡੀ ਟਿਕਾਣੇ ਤੇ ਨਹੀਂ ਪਹੁੰਚੀ। ਅਗਰ ਇਹ ਬੇੜੀ ਤੋਂ ਉਤਰਦਾ ਹੀ ਨਹੀਂ ਪਿਆ ਤਾਂ ਅਜੇ ਬੇੜੀ ਪਾਰ ਨਹੀਂ ਪਹੁੰਚੀ। ਤੇ ਪਾਰ ਪਹੁੰਚ ਕੇ ਅਗਰ ਕੋਈ ਬੇੜੀ ਨੂੰ ਸਿਰ ਤੇ ਚੁੱਕ ਲਵੇ, ਮੰਜ਼ਿਲ ਤੇ ਪਹੁੰਚ ਕੇ ਅਗਰ ਕੋਈ ਆਖੇ ਮੈਂ ਗੱਡੀ ਤੋਂ ਉਤਰਨਾ ਹੀ ਨਹੀਂ, ਮੈਂ ਤੇ ਗੱਡੀ ਦੇ ਵਿੱਚ ਬੈਠਣਾ ਹੈ, ਤਾਂ ਇਸ ਮਨੁੱਖ ਨੇ ਬਿਨਾਂ ਲਕਸ਼ ਦੇ, ਬਿਨਾਂ ਮਨੋਰਥ ਦੇ ਸਫ਼ਰ ਕੀਤਾ ਹੈ। ਮੰਜ਼ਿਲ ਨੂੰ ਸਮਝੇ ਬਿਨਾਂ ਇਹਨੇ ਸਫ਼ਰ ਕੀਤਾ ਹੈ। ਮੈਂ ਫਿਰ ਅਰਜ਼ ਕਰਾਂ, ਨਹੀਂ ਲੋੜ ਪੈਂਦੀ ਬੇੜੀ ਦੀ ਜਦ ਪਾਰ ਹੋ ਜਾਏ, ਉਤਰਨਾ ਪੈਂਦਾ ਗੱਡੀ ਤੋਂ ਜਦ ਮੰਜ਼ਿਲ ਤੇ ਪਹੁੰਚ ਜਾਏ। ਥਾਲੀ ਇੱਕ ਪਾਸੇ ਕਰ ਦੇਣੀ ਪੈਂਦੀ ਹੈ ਜਦ ਰੋਟੀ ਖਾ ਲਈਏ, ਭੋਜਨ ਛਕ ਲਈਏ, ਫਿਰ ਤੇ ਇੱਕ ਪਾਸੇ ਕਰਨੀ ਪੈਂਦੀ। ਯਾਨੀ ਕਿ ਜਦੋਂ ਬੰਦਾ ਰੱਜ ਜਾਂਦਾ, ਸਾਰਾ ਕਰਮ ਕਾਂਡ ਵਿਅਰਥ ਹੋ ਜਾਂਦਾ ਹੈ ਜਦ ਕੋਈ ਉਸ ਦੀ ਬਖਸ਼ਿਸ਼ ਦਾ ਪਾਤਰ ਬਣ ਜਾਂਦਾ ਹੈ। ਕਰਮ ਤੇ ਚੱਲਣਾ ਹੈ, ਕਰਮ ਤੇ ਥਕੇਵਾਂ ਹੈ। ਲੇਕਿਨ ਮੈਂ ਫਿਰ ਅਰਜ਼ ਕਰਾਂ, ਮਹਾਤਮਾ ਬੁੱਧ ਨੇ ਕਰਮਾਂ ਤੇ ਇਸ ਵਾਸਤੇ ਜ਼ੋਰ ਦਿੱਤਾ ਕਿ ਉਹ ਪ੍ਰਮਾਤਮਾ ਦੀ ਅਦਾਲਤ ਪ੍ਰਭੂ ਕੇਵਲ ਕਰਮ ਦੇ ਵਿਚਾਰ ਕਰਦਾ ਹੈ, ਰੰਗ ਦੇ ਨਹੀਂ, ਰੂਪ ਦੇ ਨਹੀਂ, ਨਸਲ ਦੇ ਨਹੀਂ। ਸੰਸਾਰਿਕ ਤਲ ਤੇ ਜਦ ਵੀ ਕੋਈ ਉન્નਤ ਹੋਵੇਗਾ ਕਰਮ ਦੇ ਤਲ ਤੇ ਪਰਮਾਰਥ ਤਲ ਤੇ ਜਦ ਕਿਸੇ ਨੇ ਉન્નਤ ਹੋਣਾ ਜਾਂ ਹੋਵੇਗਾ, ਕਰਮ ਛੁੱਟ ਜਾਣਗੇ, ਅੱਗੇ ਲੰਘੇ, ਕਰਮਾਂ ਤੋਂ ਅੱਗੇ ਬੜੀ ਡੂੰਗੀ ਗੱਲ ਕਰਕੇ ਸਮਝ ਆਈ ਹੈ। ਹੁਣ ਉਹ ਕਰਮ ਕਰਦਾ ਨਹੀਂ, ਕਰਮ ਉਸ ਤੋਂ ਹੁੰਦੇ ਨੇ। ਕਰਮ ਕਰਤ ਹੋਵੇ ਨਹਿ ਕਰਮ, ਤਿਸ ਬੈਸਨੋਂ ਕਾ ਨਿਰਮਲ ਧਰਮ। ਇੱਕ ਤੇ ਕਰਮ ਦਾ ਮੈਂ ਕਰਤਾ ਔਰ ਮੈਂ ਕਰ ਰਿਹਾ, ਮੈਨੂੰ ਦੁਨਿਆਵੀ ਲਾਭ ਚਾਹੀਦਾ ਹੈ, ਦੁਕਾਨ ਖੋਲ ਰਿਹਾ, ਬਿਜ਼ਨਸ ਕਰ ਰਿਹਾ, ਕੰਮ ਧੰਦਾ ਕਰ ਰਿਹਾ, ਇਸ ਕਰਮ ਨਾਲ ਕਰਤਾ ਭਾਵ ਚਾਹੀਦਾ ਹੈ। ਲੇਕਿਨ ਕੋਈ ਵਾਹਿਗੁਰੂ ਵਾਹਿਗੁਰੂ ਜਪ ਰਿਹਾ, ਕੋਈ ਦਾਨ ਪੁੰਨ ਕਰ ਰਿਹਾ, ਸੇਵਾ ਕਰ ਰਿਹਾ, ਅਗਰ ਇਸ ਨਾਲ ਵੀ ਕਰਤਾ ਭਾਵ ਹੈ ਤਾਂ ਇਹ ਕਰਮ ਸੰਸਾਰੀ ਹੋ ਗਿਆ। ਤੇ ਸੰਸਾਰ ਦਾ ਕੋਈ ਕਰਮ ਵੀ ਸ਼ੁੱਧ ਨਹੀਂ ਆਉਂਦਾ, ਮੈਲਾ ਆਉਂਦਾ, ਮਲੀਨ ਆਉਂਦਾ। ਇਸ ਵਾਸਤੇ ਮਹਾਰਾਜ ਕਹਿੰਦੇ ਨੇ ਨਿਰਮਲ ਧਰਮ ਨਹੀਂ ਹੈ, ਕਿਉਂਕਿ ਕਰਮ ਹੀ ਨਿਰਮਲ ਨਹੀਂ ਹੈ। ਕਰਮ ਕਰਤ ਹੋਵੇ ਨਹਿ ਕਰਮ, ਤਿਸ ਬੈਸਨੋਂ ਕਾ ਨਿਰਮਲ ਧਰਮ। ਨਿਰਮਲ ਧਰਮ ਕਿਹੜਾ ਹੈ? ਜੋ ਨਿਰਮਲ ਕਰਮ ਤੇ ਖੜਾ ਹੈ। ਤੇ ਨਿਰਮਲ ਕਰਮ ਕਿਹੜਾ ਹੈ? ਜਿਸ ਦੇ ਨਾਲ ਕਰਤਾਪਣ ਨਹੀਂ ਹੈ, ਮੈਂ ਨਹੀਂ ਕਰ ਰਿਹਾ, ਕਰਮ ਹੋ ਰਹੇ ਨੇ, ਮੈਂ ਕਰਦਾ ਨਹੀਂ ਪਿਆ। ਜੈਸੇ ਫੁੱਲ ਸੁਗੰਧ ਦੇ ਨਹੀਂ ਰਿਹਾ, ਸੁਗੰਧ ਉਸ ਤੋਂ ਨਿਕਲ ਰਹੀ ਹੈ, ਓਵਰਫਲੋ ਹੈ, ਕਤਈ ਉਹ ਵੰਡ ਨਹੀਂ ਰਿਹਾ, ਉਸ ਤੋਂ ਨਿਕਲ ਰਹੀ ਹੈ, ਉਛਲ ਰਹੀ ਹੈ। ਸੂਰਜ ਰੋਸ਼ਨੀ ਵੰਡ ਨਹੀਂ ਰਿਹਾ, ਦੇ ਨਹੀਂ ਰਿਹਾ, ਸੁਭਾਵਕ ਨਿਕਲ ਰਹੀ ਹੈ, ਉਸ ਦਾ ਸੁਭਾਅ ਹੋ ਗਿਆ।
क्या बात है यार, क्या इस तरह शुभ कर्म जे सुभाव बन गया, करतापन नहीं हो रहे ने उस तो कर्म, ये कर्मा तो अगे चला गया, इस ते कोई बख्शिश हो गई है। कर्म करत होवे नह कर्म, जिन्ने चिर तक मनुख कर्म दा करता है वो कर्म संसारी ने, ते संसारी कर्म करते भाव तो बिना हो भी नहीं सकते। उस दे संसारिक लाभ चाहिए, करतापन चाहिए। मैं दुकान खोल रहा, मैं कम धंधा कर रहा, ये सब कुछ मैं कर रहा, इतना चाहिए। लेकिन ये सेवा मैं की थी, ये दान मैं दिता है, ये ज्ञान मेरा है, ये साधना मेरी है, और जितना मेरा मेरा भाव इस दे नाल जुड़ेगा तेरा प्रगट ही नहीं होएगा। मैं आ जी है ना, तू प्रगट ही नहीं होएगा, क्योंकि कर्म दे नाल मेरा भाव जुड़े है, ते मेरा संसार है, तेरा ही निरंकार है। इंज कह रही है कबीर, कहते ने तू तू करता तू भया, मुझ में रहा ना हो, जब आपा पर का मिट गया, जत देखा तत तू। इस तरह का पुरुष अगर कोई संसारिक कर्म भी करे, धंधा भी करे, वो भी धर्म है। उत्थे बैठा भी उसका तकड़ी तोलना भी तेरा तेरा हो जाएगा, धर्म हो जाएगा। ਉਹਦੇ कपड़ा बुनना भी धर्म हो जाएगा, उसका कपड़ियां नूं रंगना भी धर्म हो जाएगा। जैसे नामदेव कहते ने, रांगन रांगो सीवन सीवो, राम नाम बिन घरी न जेहो। कपड़े रंगी जा रहे हैं, नाले अपना मन रंगी जा रहे हैं, धंधा धर्म बन गया। जुतियां गंढी जा रहे हैं रविदास, नाले अपना दिल ते दूजियां दा दिल रब नाल गंढी जा रहे, धंधा धर्म बन गया। तकड़ी तोली जा रहे ने बाबा जी, ते गिणती करदियां करदियां हुण हिंसा आया तेरा, फिर तेरे ने अगे नहीं जान दिता, तेरा तेरा तेरा, फिर ते दिन भर तेरा तेरा चलता रहा। ते जद है तेरा तो फिर मुकना किथे सी, तोट किथे आनी सी, तेरा तेरा। ये तकड़ी तोलना भी धर्म बन गया। कईयां दा माला फेरना भी तकड़ी तोलना होंदा है, कईयां दा तकड़ी तोलना भी माला फेरना है। ईमानदारी दे नाल हर चीज रब तो डरदे कर रहे। कईयां गुरुद्वारे बैठना भी दुकान ते बैठना है, बाजार दे च बैठना है, और कईयां दा बाजार दे च बैठा होया भी इंज समझ लो गुरु कोल बैठा है। कईयां दा पाठ करना भी इंज है जैसे संसारिक चीज़ां दी कोई गिणती करनी। लोकी करदे ने, मैं इतने लख जपजी साहब दे पाठ कीते ने, अरदास करो। पुरखा अजय भी तू कहना है अरदास करो, तो इसका मतलब है परमात्मा तक तेरे बोल नहीं पहुंचे, तेरा पाठ नहीं पहुंचे। अगर पहुंचे होंदा तो तू इतना कहना भी नहीं सी अरदास करो। अगर पहुंच गए होंदे तो तेनों गिणती मिणती भी याद नहीं रहनी सी। सारे वो धार्मिक कर्म संसारिक कर्म हो जाते ने अगर उन्हां नाल मैं जुड़ गया। कर्म करत होवे नए कर्म, मैं नहीं कीते, मैं नहीं कर रहा, उस तो कर्म होंदे ने, वो कर्म करदा नहीं। कर्म करत हो वह नह कर्म, तिस बैसनो का निर्मल धर्म। तो खैर मेरे मकावा ना महर्स कर रहा सी, परमात्मा दे उत्ते सिर्फ दो ही दूरियां लागू होंदियां, समय ते अस्थान दी दूरी नहीं। दूरी लागू होंदी है समझ दी, दूरी लागू होंदी है चेते दी, सिमरती। मेरी सिमरती च नहीं, मेरी समझ दे च नहीं। जितने चिर तक समझ दे च नहीं, जितने चिर तक सिमरती दे च नहीं, तो क्षमा करनी परमात्मा दूर। अगर आप याद विच नहीं है ना, अगर कोई कह रहे है दूर है, दूर है, तो स्पष्ट वो कह रहे है मेरी समझ तो परे और मेरी सिमरती तो परे, मेरे चेते तो परे। गावे को जापे दिसे दूर। हुण महाराज कहते है हजूर कत दूर बताओ, दुंदर बांधो सुंदर पाओ। क्यों दूर कहते हो? है हजूर कत दूर बताओ, क्यों दूर कहते हो? और जे समझ तो परे है तो दूर है, जे सिमरती तो परे है तो दूर है ही दूर। अगर समझ दे च गल आ गई है, सिमरती दे च आ गई तो नेड़े तो नेड़े। कह रविदास हाथ पे नेड़े, सहजे होए सो होई। जो बहुत नेड़े होवे उन्होंने अख वेखण दे च असमर्थ रह जाती है।
जैसे तस्वीर नूं मैं अपनी अखां ते रख लवां, अखां नहीं वेख सकणगियां, वेखण लई कुछ दूरी चाहिदी है। जैसे गुटके नूं कोई किताब नूं मैं अखां दे उपर रख लवां, नहीं पढ़ सकांगा। पढ़न लग्या अखरां नूं देखण लग्या कोई दूरी चाहिदी है। कई दफ़ा अख दे च रड़क पै जांदी है, असी दूसरे नूं कहने जरा वेख मेरी अख दे च की पै गया, हद हो गई। अखां वड्डे वड्डे पहाड़ां नूं वेख लैंदियां, वड्डी भीड़ नूं वेखदियां ने, उच्चियां उच्चियां बिल्डिंगां, सूरज चंद तारियां तक नूं वेख लैंदियां ने। ये अख दे च पई होई एक रड़क इन्हूं नहीं दिखाई देंदी। रड़क बहुत नेड़े है, बहुत नेड़े है, जो बहुत नेड़े है नहीं दिखाई देंदी। ते इंज कह लो परमात्मा दे उत्ते ते नेड़े कहना भी किसी हद तक अन्याय हो जाना। अखां दे विच है, हत्थां दे विच है, पैरां दे विच है। उस दी होंद तो बिना ते पैर चल भी नहीं सकते, उस दी होंद तो बिना ते अखां वेख भी नहीं सकदी, उस दी होंद तो बिना ते जबान बोल भी नहीं सकती। वो तो इतना नेड़े, वो तो इतना नेड़े है। हजूर कत दूर बतावो, दुंदर बांधो सुंदर पाओ। भाई साहब भाई नंदलाल जी कहते ने, ब्राह्मण मुश्ताक के बुत जाहिद फिदाए खान का। भाई साहब भाई नंदलाल, ब्राह्मण भगवान दी प्रस्तिस लई, ओदी झलक वेखण लई मंदिर चाहिए और मूर्ति चाहिए। ब्राह्मण मुश्ताक के बुत जाहिद फिदाए खान का। खान का खाना खुदा मस्जिद चाहिए, नमाज रही, ये खुदा दा घर चाहिए, खाना खुदा मस्जिद। पर भाई साहब कहते हर कुजा जामे मुहब्बत दीदैम सरशारस्त। मैं ते जिथे तक देखदा सब कुछ खुदा दा ही घर है और कुछ है ही नहीं, सब भगवान दा मंदिर है। जो दी से सो तेरा रूप, गुण निधान गोविंद अनूप। जो कुछ भी दिखाई दे रहे है गोविंद है। सगल भवन की मूर्त एका, मुख तेरे टकसाला। समूह ब्रह्मंडो सिख दी मूर्ति दिखाई दिता है। हुण होर केड़ी मूर्ति बनाई है गुरु नानक? सगल भवन की मूर्त एका। तेरी मूर्ति मैं नहीं बना सकता, फिर मैं तेरा करता, तू मेरी कृत है। अकृता कृत है, अमृता मृत है। गुरु गोबिंद सिंह जी महाराज कहते तू अकृत है, मेरी कृत नहीं हो सकता। अगर मैं तेनू बना सकदा, तू मेरी कृत हो सकता है, तो फिर तू अमृत नहीं है, मैं तेनू मिटा भी सकदा। अकृता कृत है, अमृता मृत है, तू मेरी कृत नहीं है, इस वास्ते तू अमृत है, तेनू मिटाया नहीं जा सकता। इसे नूं गुरु नानक देव जी कहते थापिया ना जाए, कीता ना होए, आपे आप निरंजन सोए। एकाग्रता बख्शनी, दूरी लागू होंदी है परमात्मा ते केड़ी? समझ तो परे, सिमरती तो परे। अस्थान दी दूरी नहीं है, समय दी दूरी नहीं है, अस्थान दी दूरी नहीं है, समय दी दूरी नहीं है, समझ दी दूरी है, सिमरती दी दूरी, चेते दे च नहीं है, याद दे च नहीं है। कारण सिमरती दे च क्यों नहीं है? सिमरती मनुख दी जिहड़ी चेते शक्ति है, याद शक्ति, मन का एक हिस्सा। याद ओही आउंदा है जो अपना है, याद उस तक पहुंचती है जो अपना है। जो अपना नहीं उस तक याद पहुंचती ही नहीं, वो याद आउंदा ही नहीं। जिसका प्रभाव पै गया तो जो अपना है बार बार याद आउंदा है, भुलाइए तां भी याद आउंदा है। और जो अपना नहीं तो जिस तो मन प्रभावित नहीं, याद करिए तां भी भुल जाता है। मैं एक उदाहरण देना होना, जे पुत्र नूं याद करना है, वाजा वजाण की लौड़ है, तबला खड़काण की लौड़ है, तो खिमा करनी कोई दर्शन फिलसफा घोटण की लौड़ है, कोई विचारां की लौड़ है, कोई कथा की लौड़ है। पुत्र की याद आपे आउंदी है, मित्र की याद आपे आउंदी है, परिवार की याद आपे आउंदी है। निरंकार नूं याद करना है तो कीर्तन भी करिए, कथा भी करिए, सेवा भी करिए, दान पुण्य भी करिए, पर सब कुछ करदे आया भी वो याद नहीं आउंदा, नहीं आउंदा। कारण गुरु अर्जन देव जी महाराज कहने ने, याद का एक अपना मनोविज्ञान है, सिमरती का। जो अपना है वही चेते च आउंदा, दूसरा नहीं।
ਹਾਂ ਯਾਇਆ ਦੱਸੋ ਜੀ ਕਿ ਤੁਸੀਂ ਇਸ ਕਥਾ ਦੇ ਵਿੱਚੋਂ ਕੀ ਸਮਝਿਆ, ਕਿਉਂਕਿ ਮੈਂ ਤੇ ਦੇਖਦਾ ਰਹਿਣਾ। ਸਹੀ, ਇਸ ਦੇ ਵਿੱਚ ਨਾ ਉਹ ਕਾਫੀ ਚੀਜ਼ਾਂ ਡਿਸਕਸ ਕਰ ਰਹੇ ਸੀ, ਜਿਸ ਤਰ੍ਹਾਂ ਕਿ ਜਿਹੜਾ ਰੱਬ ਹੈ ਨਾ, ਉਹਨੂੰ ਉਹਦੇ ਤੀਕਰ ਪਹੁੰਚਣ ਵਾਸਤੇ ਉਹ ਬਿਲਕੁਲ ਨਜ਼ਦੀਕ ਵੀ ਹੈ ਅਤੇ ਦੂਰ ਵੀ ਹੈ। ਹਾਂ, ਮਿਸਾਲ ਹੈ ਕਿ ਉਹ ਤੁਹਾਡੇ ਸ਼ਾਹਰਗ ਨਾਲੋਂ ਵੀ ਨਜ਼ਦੀਕ ਹੈ, ਅੱਖ ਤੋਂ ਵੀ ਨਜ਼ਦੀਕ ਹੈ, ਲੇਕਿਨ ਉਹਨੂੰ ਵੇਖਿਆ ਨਹੀਂ ਜਾ ਸਕਦਾ, ਉਹਨੂੰ ਸਿਰਫ ਕਰਮਾਂ ਨਾਲ ਹੀ ਵੇਖਿਆ ਜਾ ਸਕਦਾ। ਹਾਂ, ਯਾਨੀ ਕਿ ਉਹਦੇ ਵਾਸਤੇ ਸਮੇਂ ਦੀ ਦੂਰੀ ਨਹੀਂ ਗੀ, ਅਸਥਾਨ ਜਗ੍ਹਾ ਦੀ ਦੂਰੀ ਨਹੀਂ ਗੀ। ਜੇ ਉਹਦੇ ਅਗਰ ਉਹ ਆਪਣੇ ਤੋਂ ਦੂਰ ਹੈ ਤੇ ਫਿਰ ਉਹ ਆਪਣੀ ਸਮਝ ਕਰਕੇ ਵੇ, ਕਿਉਂਕਿ ਆਪਾਂ ਉਹਨੂੰ ਸਮਝ ਨਹੀਂ ਰਹੇ, ਤੇ ਸਮਝੇ ਉਹਨੂੰ ਆਪਾਂ ਉਹਨੂੰ ਸਮਝਾਂਗੇ ਜਿਹੜਾ ਆਪਣਾ ਹੁੰਦਾ। ਹਾਂਜੀ, ਦੇਖ ਲਓ ਤੁਹਾਨੂੰ ਜਿਹੜਾ ਆਪਣਾ ਹੀ ਪੂਰੀ ਖਲਕਤ ਦੇ ਵਿੱਚੋਂ ਜਿਹੜਾ ਤੁਹਾਡਾ ਆਪਣਾ ਹੁੰਦਾ ਉਹ ਹੀ ਯਾਦ ਆਉਂਦਾ। ਹਾਂਜੀ, ਦੂਸਰਿਆਂ ਦੀ ਕਦੀ ਉਹਨੂੰ ਯਾਦ ਕਰਨ ਦੀ ਜ਼ਰੂਰਤ ਵੀ ਨਹੀਂ ਪੈਂਦੀ ਤੇ ਉਹ ਯਾਦ ਆ ਜਾਂਦਾ। ਸ਼ੁਰੂ 'ਚ ਵੀ ਗੌਤਮ ਬੁੱਧ ਸਾਹਿਬ ਦੀ ਗੱਲ ਕੀਤੀ, ਇਹ ਵੀ ਇੱਕ ਸ਼ਹਿਜ਼ਾਦੇ ਸੀ ਕਪਿਲਵਸਤੂ ਦੇ। ਇਹ ਗੌਤਮ ਬੁੱਧ ਸਾਹਿਬ ਨੇ ਬੁੱਧ ਧਰਮ ਜਿਹੜਾ ਉਹਦੇ ਬਾਨੀ ਨੇ, ਬੁੱਧ ਮਤ ਜਿਹੜਾ ਧਰਮ ਹੈ ਉਹਦੇ ਬਾਨੀ ਰਹੇ ਨੇ। 30 ਸਾਲ ਦੀ ਉਮਰ ਦੇ ਵਿੱਚ ਆਪਣੇ ਬੀਵੀ ਬੱਚਿਆਂ ਨੂੰ ਛੱਡ ਕੇ ਇਹ ਚਲੇ ਗਏ ਸੀ ਇੱਕ ਰੱਬ ਨੂੰ ਪਾਉਣ ਵਾਸਤੇ। ਇਹਨੇ ਦੁੱਖ ਦਰਦ ਵੇਖੇ ਸੀ। ਇਹਨਾਂ ਦਾ ਜਿਹੜਾ ਨਜ਼ਰੀਆ ਸੀ ਨਾ ਗੌਤਮ ਬੁੱਧ ਸਾਹਿਬ ਦਾ, ਉਹ ਸੀ ਸਰਵਮ ਦੁੱਖਮ। ਸਹੀ, ਸਰਵਮ ਯਾਨੀ ਕਿ ਸਾਰਾ ਸੰਸਾਰ ਦੁੱਖਮ, ਯਾਨੀ ਕਿ ਉੱਥੇ ਦੁੱਖ ਹੀ ਦੁੱਖ ਨੇ। ਸਹੀ, ਠੀਕ ਹੈ। ਉਹ ਨਜ਼ਰੀਆ ਜਦੋਂ ਨੇ ਵੇਖਿਆ ਨਾ ਕਿ ਪੂਰੀ ਦੁਨੀਆ ਦੇ ਵਿੱਚ ਦੁੱਖ ਦਰਦ ਹੀ ਨੇ, ਤੇ ਫਿਰ ਉਹ ਛੱਡ ਕੇ ਚਲੇ ਗਿਆ। ਉਹ ਕਹਿੰਦਾ ਜਾ ਕੇ ਇੱਕ ਰੱਬ ਦੀ ਇਬਾਦਤ ਕਰਨ ਲੱਗ ਪਏ। ਹੋਰ ਤੁਸੀਂ ਇੱਥੋਂ ਕੀ ਸਿੱਖਿਆ? ਹੋਰ ਇੱਕ ਉਹ ਕਹਿ ਰਹੇ ਸੀ ਕਿ ਰੱਬ ਮਤਲਬ ਰੱਬ ਦੇ ਬਾਰੇ ਇਹ ਚੀਜ਼ ਹੈ ਕਿ ਉਹਦੀ ਤਸਵੀਰ ਨਹੀਂ ਬਣਾਈ ਜਾ ਸਕਦੀ। ਹਾਂ, ਮੂਰਤੀ ਨਹੀਂ ਬਣਾਈ ਸਕਦੀ। ਹਾਲਾਂਕਿ ਤੁਹਾਡੇ ਮਨ 'ਚ ਤੇ ਹੈ ਵੇ, ਲੇਕਿਨ ਤੁਸੀਂ ਉਹਨੂੰ ਸੋਚ ਕੇ ਵੀ ਨਹੀਂ ਬਣਾ ਸਕਦੇ, ਕਿਉਂਕਿ ਜਿਸ ਚੀਜ਼ ਦੀ ਅਗਰ ਮੂਰਤੀ ਬਣਾ ਸਕਦੇ ਫਿਰ ਖੁਦਾ ਨਹੀਂ, ਉਹ ਖੁਦਾ ਨਹੀਂ। ਫਿਰ ਉਹ ਇਹਦਾ ਮਤਲਬ ਕਿ ਉਹਨੂੰ ਮਿਟਾ ਵੀ ਸਕਦੇ। ਹਾਂ, ਅਗਰ ਉਹਦਾ ਬੁੱਤ ਬਣਾਵਾਂਗੇ ਤਾਂ ਉਹ ਟੁੱਟ ਸਕਦਾ ਹੈ। ਹਾਂ, ਉਹਨੂੰ ਨਾ ਬਣਾਇਆ ਜਾ ਸਕਦਾ, ਨਾ ਤੋੜਿਆ ਜਾ ਸਕਦਾ। ਉਹ ਆਪਣੀ ਮਿਸਾਲ ਆਪ ਹੈ। ਕੁਲ ਅੱਲਾਹੁ ਅਹਦ। ਹਾਂ, ਉਹ ਕਾਇਮ ਹੈ। ਹਾਂ, ਉਹ ਆਪਣੀ ਮਿਸਾਲ ਆਪ ਹੈ। ਹਾਂਜੀ। ਹੋਰ ਕੀ ਸਿੱਖਿਆ? ਹੋਰ ਇਸ ਤਰ੍ਹਾਂ ਉਹਨਾਂ ਨੇ ਅੱਗੇ ਹੋਰ ਕਾਫੀ ਚੀਜ਼ਾਂ, ਮਤਲਬ ਕਿ ਬਿਆਨ ਜਿਹੜਾ ਸਾਰਾ ਸੀ ਉਹ ਰੱਬ ਨਾਲ ਜੁੜਨ ਦਾ ਸੀ। ਇੱਕ ਉਹਨਾਂ ਨੇ ਇਹ ਵੀ ਵਿੱਚ ਕਿਹਾ ਕਿ ਗੌਤਮ ਬੁੱਧ ਸਾਹਿਬ ਨੇ ਕਹਿ ਗਏ ਸੀ ਕਿ ਜਿਹੜਾ ਨਾ ਕਰਮ ਹੀ ਰੱਬ ਹੈ। ਮਤਲਬ ਕਿ 2-3 ਲਫ਼ਜ਼ ਐਸੇ ਬੋਲ ਗਏ, ਮਤਲਬ ਕਿ ਉਹ ਮੈਨੂੰ ਇਹਨਾਂ ਚੀਜ਼ਾਂ ਦੀ ਨਹੀਂ ਸਮਝ ਵੀ ਕਰਮ ਹੀ ਰੱਬ ਹੈ ਅਤੇ ਕਰਮਾਂ ਨਾਲ ਰੱਬ ਤੀਕਰ ਨਹੀਂ ਪਹੁੰਚਿਆ ਜਾ ਸਕਦਾ। ਇਹ ਅਲਫਾਜ਼ ਹਨ ਅਤੇ ਜਿਹੜੇ ਮਤਲਬ ਕਿ ਥੋੜ੍ਹੇ ਜਿਹੇ ਨਾ ਉਹ ਮਤਲਬ ਕਿ ਨਹੀਂ ਸਮਝ ਆਈ ਕਿ ਵੀ ਜੇ ਕਰਮ ਕਰਾਂਗੇ ਤਾਂ ਰੱਬ ਤੀਕਰ ਪਹੁੰਚ ਜਾਵਾਂਗੇ, ਜਾਂ ਕਰਮਾਂ ਤੋਂ ਬਗੈਰ ਕਿਵੇਂ ਰੱਬ ਤੱਕ ਪਹੁੰਚ ਜਾਵਾਂਗੇ। ਠੀਕ ਹੈ ਦੋਸਤੋ, ਇਹ ਸੀ ਅੱਜ ਦੀ ਵੀਡੀਓ, ਅਤੇ ਸਾਨੂੰ ਦਿਓ ਇਜਾਜ਼ਤ। ਅਗਲੀ ਵੀਡੀਓ 'ਚ ਫਿਰ ਆਵਾਂਗੇ ਇਨਸ਼ਾ ਅੱਲਾ। ਅੱਲਾ ਹਾਫਿਜ਼।